गुड मॉर्निंग स्टूडेंट्स। कल असी बिजनेस फाइनांस चैप्टर नंबर 10 स्टार्ट किया सी ते कल दे लैक्चर दे विच मैं तुहानूं बिजनेस फाइनांस दा मीनिंग और फाइनांस फंक्शन दे ऑब्जेक्टिव्स करवाए सी। अज असी करांगे वेरीअस फाइनैंशियल डिसीजनस दे बारे विच, जिवें कि इन्वेस्टमेंट डिसीजन की है, उहदा की मतलब आ और किहड़े-किहड़े फैक्टर्स ने जिहड़े कि इन्वेस्टमेंट डिसीजनस नूं इफैक्ट करदे ने। वेरीअस इन्वेस्टमेंट डिसीजन और फाइनांस फंक्शन के स्कोप तो पहला असी करांगे फाइनांस फंक्शन के किहड़े-किहड़े डिफरेंट एरियाज आ। फाइनांस फंक्शन कंसर्नड आ किसी भी बिजनेस दियां फाइनैंशियल रिक्वायरमेंट्स नूं एस्टीमेट करन बारे और उन्हां रिक्वायरमेंट्स नूं फुलफिल करन दे लई किहड़े-किहड़े वेरीअस सोर्सिस ने उन्हां नूं फाइंड करन लई एंड दे विच उस ਜਿਹੜੀਆਂ ਰਿਕੁਆਇਰਮੈਂਟਸ ਨੇ ਜਿਹੜਾ ਤੁਸੀਂ ਫੰਡ ਯੂਜ਼ ਕੀਤਾ ਆ, ਜਿਹੜਾ ਰਿਸੋਰਸਿਸ ਰੇਜ਼ ਕੀਤੇ ਆ ਉਹਨਾਂ ਨੂੰ ਪ੍ਰੋਪਰਲੀ ਯੂਟੀਲਾਈਜ਼ ਕਰਨ ਦੇ ਬਾਰੇ। ਸੋ ਕਿਹੜੇ ਕਿਹੜੇ ਡਿਫਰੈਂਟ ਏਰੀਆਜ਼ ਨੇ ਜਿਹੜੇ ਕਿ ਫਾਈਨਾਂਸ ਫੰਕਸ਼ਨ ਦੇ ਨਾਲ ਐਸੋਸੀਏਟਡ ਨੇ। ਸਭ ਤੋਂ ਪਹਿਲਾਂ ਦਿੱਤਾ ਹੋਇਆ ਆ ਐਸਟੀਮੇਟਿੰਗ ਦਾ ਫਾਈਨੈਂਸ਼ੀਅਲ ਰਿਕੁਆਇਰਮੈਂਟ। ਕਿਸੇ ਵੀ ਫਾਈਨਾਂਸ ਫੰਕਸ਼ਨ ਦਾ ਸਭ ਤੋਂ ਪਹਿਲਾਂ ਕੰਮ ਕੀ ਹੁੰਦਾ ਆ ਕਿ ਟੋਟਲ ਬਿਜ਼ਨਸ ਦੀਆਂ ਟੋਟਲ ਫਾਈਨੈਂਸ਼ੀਅਲ ਰਿਕੁਆਇਰਮੈਂਟਸ ਨੂੰ ਐਸਟੀਮੇਟ ਕੀਤਾ ਜਾਵੇ ਔਰ ਫਾਈਨੈਂਸ਼ੀਅਲ ਰਿਕੁਆਇਰਮੈਂਟਸ ਨੂੰ ਸ਼ਾਰਟ ਟਰਮ ਔਰ ਲੌਂਗ ਟਰਮ ਦੇ ਬੇਸਿਸ 'ਤੇ ਕੈਲਕੂਲੇਟ ਕੀਤਾ ਜਾਵੇ। ਔਰ ਇਹ ਐਸਟੀਮੇਟਸ ਬੇਸਡ ਹੁੰਦੇ ਆ ਕਿਸ ਤਰ੍ਹਾਂ ਦੀਆਂ ਕਿਹੜੀ ਟਾਈਪ ਦੀਆਂ ਤੁਸੀਂ ਐਕਟੀਵਿਟੀਜ਼ ਕਰਨਾ ਚਾਹੁੰਦੇ ਹੋ ਔਰ ਕੀ ਸਕੇਲ ਹੋਏਗਾ ਤੁਹਾਡੇ ਬਿਜ਼ਨਸ ਦਾ, ਇਹਦੇ 'ਤੇ ਡਿਪੈਂਡ ਕਰਦੀਆਂ ਨੇ ਤੁਹਾਡੀਆਂ ਸ਼ਾਰਟ ਟਰਮ ਐਂਡ ਲੌਂਗ ਟਰਮ ਫੰਡਸ ਰਿਕੁਆਇਰਮੈਂਟ। ਸੈਕਿੰਡ ਹੈ ਡਿਸਾਈਡਿੰਗ ਦਾ ਕੈਪੀਟਲ ਸਟਰਕਚਰ। ਕੈਪੀਟਲ ਸਟਰਕਚਰ ਦਾ ਮਤਲਬ ਕੀ ਹੁੰਦਾ? ਕੈਪੀਟਲ ਸਟਰਕਚਰ ਦਾ ਮਤਲਬ ਹੁੰਦਾ ਕਿ ਕਿਹੜੀਆਂ ਡਿਫਰੈਂਟ ਟਾਈਪਸ ਦੀਆਂ ਸਿਕਿਉਰਿਟੀਜ਼ ਰੇਜ਼ ਕੀਤੀਆਂ ਜਾਣਗੀਆਂ ਫੰਡਸ ਨੂੰ ਰੇਜ਼ ਕਰਨ ਦੇ ਲਈ। ਫਾਈਨੈਂਸ਼ੀਅਲ ਰਿਕੁਆਇਰਮੈਂਟਸ ਨੂੰ ਐਸਟੀਮੇਟ ਕਰਨ ਤੋਂ ਬਾਅਦ ਕਿਹੜੇ ਸੋਰਸਿਸ ਯੂਜ਼ ਕੀਤੇ ਜਾਣਗੇ ਫੰਡਸ ਨੂੰ ਰੇਜ਼ ਕਰਨ ਲਈ, ਉਹਨਾਂ ਨੂੰ ਸਿਲੈਕਟ ਕਰਨਾ ਜ਼ਰੂਰੀ ਹੁੰਦਾ ਆ। ਲੌਂਗ ਟਰਮ ਅਤੇ ਸ਼ਾਰਟ ਟਰਮ ਫੰਡਸ ਦੋਨੋਂ ਡਿਟਰਮਿਨ ਕਰਨੇ ਜ਼ਰੂਰੀ ਨੇ ਔਰ ਇਹ ਡਿਸੀਜ਼ਨ ਜਿਹੜਾ ਆ ਇਹ ਡਿਪੈਂਡ ਕਰਦਾ ਆ ਤੁਹਾਡੀ ਕਿ ਤੁਸੀਂ ਕੈਪੀਟਲ ਕਿੰਨੀ ਰੇਜ਼ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਲੋਨ ਕਿੰਨੇ ਰੇਜ਼ ਕਰਨਾ ਚਾਹੁੰਦੇ ਹੋ। ਸੋ ਤੁਹਾਡੇ ਓਨਰ ਫੰਡਸ ਅਤੇ ਬੋਰੋਡ ਫੰਡਸ ਦੇ ਵਿੱਚ ਕੀ ਪ੍ਰਪੋਰਸ਼ਨ ਹੋਏਗਾ ਉਹਨੂੰ ਡਿਸਾਈਡ ਕਰਨ ਨੂੰ ਅਸੀਂ ਕੈਪੀਟਲ ਸਟਰਕਚਰ ਡਿਸਾਈਡ ਕਰਨਾ ਕਹਿੰਦੇ ਹਾਂ। ਨੈਕਸਟ ਹੈ ਸਿਲੈਕਟਿੰਗ ਦਾ ਸੋਰਸ ਆਫ ਫਾਈਨਾਂਸ। ਫਾਈਨਾਂਸ ਦੇ ਬਹੁਤ ਸਾਰੇ ਸੋਰਸਿਸ ਅਵੇਲੇਬਲ ਨੇ, ਲਾਈਕ ਸ਼ੇਅਰਸ ਇਸ਼ੂ ਕੀਤੇ ਜਾ ਸਕਦੇ ਆ, ਡਿਵੈਂਚਰਸ ਇਸ਼ੂ ਕੀਤੇ ਜਾ ਸਕਦੇ ਆ, ਲੌਂਗ ਟਰਮ ਲੋਨ ਰੇਜ਼ ਕੀਤਾ ਜਾ ਸਕਦਾ, ਸ਼ਾਰਟ ਟਰਮ ਲੋਨਸ ਰੇਜ਼ ਕੀਤੇ ਜਾ ਸਕਦੇ ਆ। ਲੈਂਡ ਨੂੰ, ਬਿਲਡਿੰਗ ਨੂੰ, ਫਿਕਸ ਐਸੈਟਸ ਨੂੰ ਪਰਚੇਜ਼ ਕਰਨਾ ਚਾਹੀਦਾ ਕਰਨ ਦੇ ਲਈ ਜਿਹੜੇ ਫੰਡਸ ਦੀ ਰਿਕੁਆਇਰਮੈਂਟ ਆ ਉਹ ਤੁਹਾਨੂੰ ਫੰਡਸ ਜਿਹੜੇ ਹੈਗੇ ਆ ਲੌਂਗ ਟਰਮ ਸੋਰਸਿਸ ਤੋਂ ਰੇਜ਼ ਕਰਨੇ ਚਾਹੀਦੇ ਆ। ਔਰ ਜਿਹੜੀਆਂ ਤੁਹਾਡੀਆਂ ਡੇ ਟੂ ਡੇ ਰਿਕੁਆਇਰਮੈਂਟਸ ਨੇ, ਤੁਹਾਡੀਆਂ ਵਰਕਿੰਗ ਕੈਪੀਟਲ ਨੀਡਸ ਨੇ, ਉਹਨਾਂ ਨੂੰ ਤੁਸੀਂ ਸ਼ਾਰਟ ਟਰਮ ਬੈਂਕ ਲੋਨ ਲੈ ਕੇ ਜਾਂ ਸ਼ਾਰਟ ਟਰਮ ਫਾਈਨਾਂਸ ਦੇ ਸੋਰਸਿਸ ਦੁਆਰਾ ਵੀ ਫੁਲਫਿਲ ਕਰ ਸਕਦੇ ਹੋ। ਨੈਕਸਟ ਹੈ ਕੈਸ਼ ਮੈਨੇਜਮੈਂਟ। ਕੈਸ਼ ਮੈਨੇਜਮੈਂਟ ਵੀ ਫਾਈਨੈਂਸ਼ੀਅਲ ਮੈਨੇਜਮੈਂਟ ਦਾ ਇੱਕ ਬਹੁਤ ਇੰਪੋਰਟੈਂਟ ਫੈਕਟਰ ਆ। ਕੈਸ਼ ਦੀ ਕਿੰਨੀ ਰਿਕੁਆਇਰਮੈਂਟ ਆ ਔਰ ਕਿਹੜੇ ਟਾਈਮ 'ਤੇ ਕੈਸ਼ ਤੁਹਾਨੂੰ ਚਾਹੀਦਾ ਆ, ਇਹ ਪ੍ਰੋਪਰਲੀ ਡਿਸਾਈਡ ਹੋਣਾ ਚਾਹੀਦਾ ਆ। ਤੁਹਾਨੂੰ ਕੈਸ਼ ਦੀ ਰਿਕੁਆਇਰਮੈਂਟ ਕਿਉਂ ਹੁੰਦੀ ਆ? ਜਾਂ ਰॉ ਮਟੀਰੀਅਲ ਪਰਚੇਜ਼ ਕਰਨਾ ਆ, ਡੇ ਟੂ ਡੇ ਐਕਸਪੈਂਸਿਸ ਪੇ ਕਰਨੇ ਆ। ਸੋ ਇਨਕਮਿੰਗ ਅਤੇ ਆਊਟਗੋਇੰਗ ਆਫ ਕੈਸ਼ ਜਿਹੜਾ ਆ ਉਹ ਪਹਿਲਾਂ ਹੀ ਡਿਸਾਈਡ ਹੋਣਾ ਚਾਹੀਦਾ ਆ ਵਿਦ ਦਾ ਹੈਲਪ ਆਫ ਦਾ ਕੈਸ਼ ਫਲੋ ਸਟੇਟਮੈਂਟ। ਨੈਕਸਟ ਹੈ ਐਕਸਰਸਾਈਜ਼ਿੰਗ ਦਾ ਫਾਈਨੈਂਸ਼ੀਅਲ ਕੰਟਰੋਲ। ਫਾਈਨੈਂਸ਼ੀਅਲ ਕੰਟਰੋਲ ਐਕਸਰਸਾਈਜ਼ ਕਰਨਾ ਜ਼ਰੂਰੀ ਹੈ ਤਾਂ ਕਿ ਫਾਈਨਾਂਸਿਸ ਨੂੰ ਪ੍ਰੋਪਰਲੀ ਬੈਸਟ ਵੇ ਦੇ ਵਿੱਚ ਯੂਟੀਲਾਈਜ਼ ਕੀਤਾ ਜਾ ਸਕੇ। ਸੋ ਫਾਈਨੈਂਸ਼ੀਅਲ ਕੰਟਰੋਲ ਕਰਨ ਦੀਆਂ ਬਹੁਤ ਸਾਰੀਆਂ ਟੈਕਨੀਕਸ ਅਵੇਲੇਬਲ ਆ। ਬਜਟਰੀ ਕੰਟਰੋਲ ਆ, ਰਿਟਰਨ ਔਨ ਇਨਵੈਸਟਮੈਂਟ ਹੈ, ਬ੍ਰੇਕ ਈਵਨ ਐਨਾਲਿਸਿਸ, ਰੇਸ਼ੋ ਐਨਾਲਿਸਿਸ ਅਸੀਂ ਕਰ ਰਹੇ ਹਾਂ ਅਕਾਊਂਟਸ 'ਚ, ਇੰਟਰਨਲ ਆਡਿਟ ਆ। ਸੋ ਇਹਨਾਂ ਸਾਰਿਆਂ ਦੀ ਹੈਲਪ ਦੇ ਨਾਲ ਅਸੀਂ ਇਹ ਇਨਸ਼ੋਰ ਕਰ ਸਕਦੇ ਹਾਂ ਕਿ ਅਸੀਂ ਆਪਣੇ ਫਾਈਨੈਂਸਿਸ ਨੂੰ ਪ੍ਰੋਪਰਲੀ ਯੂਟੀਲਾਈਜ਼ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ। ਨੈਕਸਟ ਹੈ ਪ੍ਰੋਪਰ ਯੂਜ਼ ਆਫ ਸਰਪਲਸ ਫੰਡਸ। ਤੁਹਾਡੇ ਜਿਹੜੇ ਸਰਪਲਸ ਫੰਡਸ ਨੇ, ਮੀਨਸ ਤੁਹਾਡਾ ਰਿਟੇਨਡ ਪ੍ਰੋਫਿਟ ਹੈ, ਉਹਨੂੰ ਕਿਸ ਤਰੀਕੇ ਦੇ ਨਾਲ ਪ੍ਰੋਪਰਲੀ ਯੂਜ਼ ਕਰਨਾ ਆ। ਜਿਹੜੇ ਤੁਹਾਡਾ ਰਿਟੇਨ ਪ੍ਰੋਫਿਟ ਆ ਤੁਸੀਂ ਉਹਨੂੰ ਡਿਵੀਡੈਂਡ ਪੇ ਕਰਨ ਲਈ ਵੀ ਯੂਜ਼ ਕਰ ਸਕਦੇ ਹੋ ਜਾਂ ਤੁਸੀਂ ਉਸਨੂੰ ਬਿਜ਼ਨਸ ਦੇ ਵਿੱਚ ਫਿਊਚਰ ਗਰੋ ਕਰਨ ਦੇ ਲਈ, ਐਕਸਪੈਂਡ ਕਰਨ ਲਈ ਰਿਟੇਨ ਕਰਕੇ ਵੀ ਰੱਖ ਸਕਦੇ ਹੋ। ਸੋ ਤੁਹਾਡੇ ਸਰਪਲਸ ਫੰਡਸ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਯੂਜ਼ ਕਰਨਾ, ਡਿਵੀਡੈਂਡ ਪੇ ਕਰਨਾ ਜਾਂ ਐਕਸਪੈਂਸ਼ਨ ਲਈ ਰਿਟੇਨ ਕਰਕੇ ਰੱਖਣਾ, ਇਹਦੇ ਵਿੱਚ ਇੱਕ ਪ੍ਰੋਪਰ ਬੈਲੈਂਸ ਮੇਨਟੇਨ ਕਰਨਾ
ਜ਼ਰੂਰੀ ਆ। ਸੋ ਇਹ ਡਿਫਰੈਂਟ ਏਰੀਆਜ਼ ਨੇ ਫਾਈਨਾਂਸ ਫੰਕਸ਼ਨ ਦੇ, ਮਤਲਬ ਡਿਫਰੈਂਟ ਕੰਮ ਆ ਜਿਹੜੇ ਕਿ ਫਾਈਨਾਂਸ ਫੰਕਸ਼ਨ ਦੇ ਵਿੱਚ ਕੀਤੇ ਜਾਂਦੇ ਆ। ਨੈਕਸਟ ਹੈ ਸਕੋਪ ਆਫ ਫਾਈਨਾਂਸ ਫੰਕਸ਼ਨ। ਫਾਈਨੈਂਸ਼ੀਅਲ ਡਿਸੀਜ਼ਨ ਤੁਹਾਡਾ ਕੰਸਰਨਡ ਆ ਬਿਜ਼ਨਸ ਨਾਲ ਰਿਲੇਟਿਡ, ਬਿਜ਼ਨਸ ਦੇ ਜਿੰਨੇ ਵੀ ਫਾਈਨੈਂਸ਼ੀਅਲ ਮੈਟਰਸ ਤੇ ਉਹਨਾਂ ਨਾਲ ਰਿਲੇਟਿਡ ਡਿਸੀਜ਼ਨ ਲੈਣ ਦੇ ਬਾਰੇ ਵਿੱਚ। ਜ਼ਿਆਦਾਤਰ ਫਾਈਨੈਂਸ਼ੀਅਲ ਡਿਸੀਜ਼ਨਸ ਨੂੰ ਅਸੀਂ 3 ਕੈਟੇਗਰੀਜ਼ ਦੇ ਵਿੱਚ ਡਿਵਾਈਡ ਕਰਦੇ ਹਾਂ। ਇਹ ਕਿਹੜੀਆਂ 3 ਗਰੁੱਪ ਨੇ? ਇਨਵੈਸਟਮੈਂਟ ਡਿਸੀਜ਼ਨ, ਫਾਈਨਾਂਸਿੰਗ ਡਿਸੀਜ਼ਨ ਐਂਡ ਡਿਵੀਡੈਂਡ ਡਿਸੀਜ਼ਨ। ਸੋ ਜਿਹੜਾ ਤੁਹਾਡਾ ਇਨਵੈਸਟਮੈਂਟ ਡਿਸੀਜ਼ਨ ਆ ਉਹਨੂੰ ਵੀ ਅਸੀਂ ਫਰਦਰ 2 ਕੈਟੇਗਰੀਜ਼ ਡਿਵਾਈਡ ਕਰਦੇ ਹਾਂ ਕਿ ਫਿਕਸ ਐਸੈਟਸ ਕਿੰਨੀ ਇਨਵੈਸਟਮੈਂਟ ਕਰਨੀ ਹੈ ਐਂਡ ਕਰੰਟ ਐਸੈਟਸ ਕਿੰਨੀ ਕਰਨੀ ਆ। ਫਾਈਨੈਂਸਿੰਗ ਡਿਸੀਜ਼ਨ ਨੂੰ ਅਸੀਂ ਡਿਵਾਈਡ ਕਰਦੇ ਹਾਂ ਕਿ ਫਾਈਨੈਂਸ਼ੀਅਲ ਪਲੈਨਿੰਗ ਕਿੱਦਾਂ ਕਰਨੀ ਆ ਐਂਡ ਕੈਪੀਟਲ ਸਟਰਕਚਰ ਡਿਸੀਜ਼ਨ ਤੁਹਾਡਾ ਕੀ ਹੋਏਗਾ। ਐਂਡ ਥਰਡ ਵਨ ਤੁਹਾਡਾ ਦਿੱਤਾ ਹੋਇਆ ਡਿਵੀਡੈਂਡ ਡਿਸੀਜ਼ਨ, ਉਹਦੇ ਵਿੱਚ ਤੁਹਾਡੀ ਡਿਵੀਡੈਂਡ ਪੇਮੈਂਟ ਪਾਲਿਸੀ ਕੀ ਹੋਏਗੀ ਔਰ ਤੁਸੀਂ ਰਿਟੇਨਡ ਅਰਨਿੰਗਸ ਜਾਂ ਸਰਪਲਸ ਫੰਡਸ ਕਿੰਨੇ ਰੱਖਣੇ ਆ। ਸੋ ਇਹ ਤੁਹਾਡਾ ਟੋਟਲ ਸਕੋਪ ਆ ਫਾਈਨੈਂਸ਼ੀਅਲ ਫੰਕਸ਼ਨ ਦਾ, ਜਿਹਨੂੰ ਅਸੀਂ 1 ਬਾਏ 1 ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਅੱਜ ਦੇ ਇਸ ਲੈਕਚਰ 'ਚ ਡਿਸਕਸ ਕਰਾਂਗੇ ਇਨਵੈਸਟਮੈਂਟ ਡਿਸੀਜ਼ਨ ਦੇ ਬਾਰੇ ਵਿੱਚ। ਇਨਵੈਸਟਮੈਂਟ ਡਿਸੀਜ਼ਨ ਦਾ ਮਤਲਬ ਕੀ ਆ ਕਿ ਤੁਸੀਂ ਕੀ ਇਨਵੈਸਟ ਕਰਨਾ, ਕਿੰਨਾ ਇਨਵੈਸਟ ਕਰਨਾ। ਇਨਵੈਸਟ ਅਸੀਂ ਕਾਹਦੇ ਵਿੱਚ ਕਰਦੇ ਹਾਂ? ਇੱਕ ਬਿਜ਼ਨਸ ਇਨਵੈਸਟ ਕਾਹਦੇ ਵਿੱਚ ਕਰਦਾ? ਐਸੈਟਸ ਇਨਵੈਸਟ ਕਰਦਾ। ਸੋ ਇਨਵੈਸਟਮੈਂਟ ਡਿਸੀਜ਼ਨ ਹੈ ਕਿ ਤੁਸੀਂ ਟੋਟਲ ਕਿੰਨੇ ਐਸੈਟਸ ਜਿਹੜੇ ਨੇ ਉਹ ਤੁਹਾਨੂੰ ਚਾਹੀਦੇ ਆ, ਤੁਹਾਡੀ ਬਿਜ਼ਨਸ ਨੂੰ ਚਾਹੀਦੇ ਨੇ, ਉਹਨਾਂ ਐਸੈਟਸ ਦੀ ਕੀ ਕੰਪੋਜੀਸ਼ਨ ਹੋਏਗੀ ਔਰ ਤੁਹਾਡੀਆਂ ਕੀ ਬਿਜ਼ਨਸ ਰਿਸਕ ਦੀਆਂ ਕੰਪਲੈਕਸਿਟੀਜ਼ ਹੋਣਗੀਆਂ ਜਿਹੜਾ ਕਿ ਤੁਹਾਡਾ ਇਨਵੈਸਟਰ ਪਰਸੀਵ ਕਰ ਰਿਹਾ ਆ। ਸੋ ਜੇ ਇਹ ਤੁਹਾਡਾ ਇਨਵੈਸਟਮੈਂਟ ਡਿਸੀਜ਼ਨ ਤੁਹਾਡਾ ਬਹੁਤ ਹੀ ਇੰਪੋਰਟੈਂਟ ਫਾਈਨੈਂਸ਼ੀਅਲ ਡਿਸੀਜ਼ਨ ਆ, ਜਿਹਨੂੰ ਅਸੀਂ 2 ਕੈਟੇਗਰੀਜ਼ 'ਚ ਡਿਵਾਈਡ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਤੁਹਾਡਾ ਕੈਪੀਟਲ ਬਜਟਿੰਗ ਡਿਸੀਜ਼ਨ, ਜਿਹਨੂੰ ਅਸੀਂ ਲੌਂਗ ਟਰਮ ਇਨਵੈਸਟਮੈਂਟ ਡਿਸੀਜ਼ਨ ਵੀ ਕਹਿੰਦੇ ਹਾਂ, ਅਤੇ ਸੈਕਿੰਡ ਹੈ ਤੁਹਾਡਾ ਵਰਕਿੰਗ ਕੈਪੀਟਲ ਡਿਸੀਜ਼ਨ, ਜਿਹਨੂੰ ਅਸੀਂ ਸ਼ਾਰਟ ਟਰਮ ਇਨਵੈਸਟਮੈਂਟ ਡਿਸੀਜ਼ਨ ਕਹਿੰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਕੈਪੀਟਲ ਬਜਟਿੰਗ ਡਿਸੀਜ਼ਨ, ਯਾਨੀ ਕਿ ਤੁਹਾਡਾ ਲੌਂਗ ਟਰਮ ਇਨਵੈਸਟਮੈਂਟ ਡਿਸੀਜ਼ਨ। ਕੈਪੀਟਲ ਬਜਟਿੰਗ ਕੀ ਹੁੰਦੀ ਹੈ? ਕੈਪੀਟਲ ਬਜਟਿੰਗ ਉਹ ਪ੍ਰੋਸੈਸ ਆ ਜਿਹਦੇ ਵਿੱਚ ਤੁਸੀਂ ਡਿਸੀਜ਼ਨ ਲੈਂਦੇ ਹੋ ਉਹਨਾਂ ਐਕਸਪੈਂਡੀਚਰਸ ਦੇ ਬਾਰੇ ਵਿੱਚ ਜਿਨ੍ਹਾਂ ਦਾ ਬੈਨੀਫਿਟ ਤੁਹਾਨੂੰ ਲੌਂਗ ਪੀਰੀਅਡ ਆਉਣ ਵਾਲਾ ਆ। ਮੀਨਸ ਤੁਸੀਂ ਉਹ ਐਸੈਟਸ ਇਨਵੈਸਟ ਕਰਨਾ ਜਿਨ੍ਹਾਂ ਦੀ ਐਸੈਟਸ ਤੋਂ ਬੈਨੀਫਿਟ ਤੁਹਾਨੂੰ ਲੌਂਗ ਟਾਈਮ ਲਈ ਮਿਲੇਗਾ, ਮਤਲਬ ਜਿਨ੍ਹਾਂ ਦੀ ਲਾਈਫ ਮੋਰ ਦੈਨ 1 ਈਅਰ ਹੋਏਗੀ। ਸੋ ਇਹ ਇਨਵੈਸਟਮੈਂਟਸ ਡਿਸੀਜ਼ਨ ਜਿਹੜੇ ਆ ਇਹਨਾਂ ਦਾ ਬੈਨੀਫਿਟ ਤੁਹਾਨੂੰ ਲੌਂਗ ਟਰਮ ਮਿਲਣਾ। ਸੋ ਇਹ ਇਨਵੈਸਟਮੈਂਟ ਡਿਸੀਜ਼ਨਸ ਕੰਸਰਨਡ ਹੁੰਦੇ ਆ ਤੁਹਾਡੇ ਫਿਕਸ ਐਸੈਟਸ ਦੀ ਇਨਵੈਸਟਮੈਂਟ ਨਾਲ। ਸੋ ਇਹਦੇ ਵਿੱਚ ਇਹਨਾਂ ਡਿਸੀਜ਼ਨਸ ਨਾਲ ਜਿਹੜੇ ਤੁਸੀਂ ਫੰਡਸ ਇਨਵੋਲਵ ਕਰਨੇ ਨੇ ਲੌਂਗ ਪੀਰੀਅਡ ਲਈ ਕਰਨੇ ਨੇ, ਜਿੱਦਾਂ ਕਿ ਤੁਸੀਂ ਪਲਾਂਟ ਐਂਡ ਮਸ਼ੀਨਰੀ ਖਰੀਦਣਾ, ਲੈਂਡ ਐਂਡ ਬਿਲਡਿੰਗ ਬਣਾਉਣੀ ਆ। ਸੋ ਇਹ ਸਾਰੇ ਤੁਹਾਡੇ ਲੌਂਗ ਟਰਮ ਇਨਵੈਸਟਮੈਂਟ ਡਿਸੀਜ਼ਨਸ ਨੇ। ਇਹ ਡਿਸੀਜ਼ਨ ਕੈਪੀਟਲ ਡਿਸੀਜ਼ਨਸ ਤੁਹਾਡੇ ਬਹੁਤ ਹੀ ਇੰਪੋਰਟੈਂਟ ਨੇ, ਕਿਉਂਕਿ ਇੱਕ ਤਾਂ ਇਹ ਤੁਹਾਡੀ ਅਰਨਿੰਗ ਕਪੈਸਿਟੀ ਨੂੰ ਇਫੈਕਟ ਕਰਦੇ ਨੇ ਲੌਂਗ ਪੀਰੀਅਡ ਲਈ, ਕਿਉਂਕਿ ਜਿੱਥੇ ਤੁਸੀਂ ਇਨਵੈਸਟ ਕਰ ਰਹੇ ਹੋ ਤੁਸੀਂ ਉੱਥੋਂ ਆਪਣੀ ਅਰਨਿੰਗ ਕਪੈਸਿਟੀ ਵਧਾਉਣੀ ਆ, ਇਸ ਲਈ ਇਨਵੈਸਟ ਕਰ ਰਹੇ ਹੋ। ਸੈਕਿੰਡ, ਇਹਨਾਂ ਡਿਸੀਜ਼ਨਸ ਦੇ ਵਿੱਚ ਬਹੁਤ ਫੰਡਸ ਦਾ ਬਹੁਤ ਅਮਾਊਂਟ ਇਨਵੋਲਵ ਹੁੰਦਾ ਆ। ਐਂਡ ਥਰਡ, ਇਹਨਾਂ ਡਿਸੀਜ਼ਨਸ ਨੂੰ ਰਿਵਰਸ ਕਰਨਾ ਬਹੁਤ ਮੁਸ਼ਕਿਲ ਆ। ਮੀਨਸ ਤੁਸੀਂ ਇੱਕ ਵਾਰੀ ਡਿਸੀਜ਼ਨ ਲੈ ਲਿਆ, ਇਨਵੈਸਟ ਕਰ ਲਿਆ, ਉਸ ਤੋਂ ਬਾਅਦ ਤੁਸੀਂ ਉਹਨੂੰ ਜਿਹੜਾ ਹੈਗਾ ਰਿਵਰਸ ਨਹੀਂ ਕਰ ਸਕਦੇ। ਸੈਕਿੰਡ ਨੇ ਤੁਹਾਡੇ ਵਰਕਿੰਗ ਕੈਪੀਟਲ ਡਿਸੀਜ਼ਨਸ, ਜਿਨ੍ਹਾਂ ਨੂੰ ਅਸੀਂ ਸ਼ਾਰਟ ਟਰਮ ਇਨਵੈਸਟਮੈਂਟ ਡਿਸੀਜ਼ਨ ਵੀ ਕਹਿੰਦੇ ਹਾਂ। ਸ਼ਾਰਟ ਟਰਮ ਇਨਵੈਸਟਮੈਂਟ ਡਿਸੀਜ਼ਨਸ ਰਿਲੇਟਿਡ ਹੁੰਦੇ ਆ ਤੁਹਾਡੀ ਕਰੰਟ ਐਸੈਟਸ ਲਾਈਕ ਇਨਵੈਂਟਰੀ, ਡੈਟਰ, ਬਿੱਲ ਰਿਸੀਵੇਬਲ 'ਚ ਕਿੱਦਾਂ ਤੁਸੀਂ ਫੰਡਸ ਐਲੋਕੇਟ ਕਰਨੇ ਆ। ਸੋ ਇਹ ਡਿਸੀਜ਼ਨਸ ਅਫੈਕਟ ਕਰਦੇ ਆ ਤੁਹਾਡੀ ਡੇ ਟੂ ਡੇ ਵਰਕਿੰਗ ਨੂੰ, ਤੁਹਾਡੀ ਲਿਕੁਇਡਿਟੀ ਨੂੰ, ਤੁਹਾਡੀ ਪ੍ਰੋਫਿਟੇਬਿਲਿਟੀ ਨੂੰ। ਸੋ ਇਨਵੈਂਟਰੀਜ਼, ਡੈਟਰਸ, ਬਿੱਲ ਰਿਸੀਵੇਬਲ ਦਾ ਐਫੀਸ਼ੀਐਂਟ ਯੂਜ਼ ਹੋਣਾ ਬਹੁਤ ਜ਼ਰੂਰੀ ਆ ਤੁਹਾਡੀ ਸਾਊਂਡ ਵਰਕਿੰਗ ਕੈਪੀਟਲ ਮੈਨੇਜਮੈਂਟ ਲਈ। ਹੁਣ ਕਿਹੜੇ ਫੈਕਟਰਸ ਨੇ ਜਿਹੜੇ ਕਿ ਇਨਵੈਸਟਮੈਂਟ ਡਿਸੀਜ਼ਨਸ ਨੂੰ ਇਫੈਕਟ ਕਰਦੇ ਆ? ਸਭ ਤੋਂ ਪਹਿਲਾਂ ਕੈਸ਼ ਫਲੋ ਆਫ ਦਾ ਪ੍ਰੋਜੈਕਟ। ਤੁਹਾਡੇ ਪ੍ਰੋਜੈਕਟ ਦਾ ਕੈਸ਼ ਫਲੋ ਕੀ ਹੋਏਗਾ, ਇਹ ਤੁਸੀਂ ਇਨਵੈਸਟਮੈਂਟ ਡਿਸੀਜ਼ਨ ਲੈਣ ਤੋਂ ਪਹਿਲਾਂ ਸੋਚਣਾ ਆ। ਤੁਹਾਡਾ ਐਕਸਪੈਕਟਿਡ ਕੈਸ਼ ਫਲੋ ਕਿੰਨਾ ਹੋਏਗਾ ਡੇ ਟੂ ਡੇ ਰਿਕੁਆਇਰਮੈਂਟਸ ਨੂੰ ਫੁਲਫਿਲ ਕਰਨ ਲਈ, ਔਰ ਤੁਸੀਂ ਇਸ ਕੈਸ਼ ਫਲੋ ਨੂੰ ਕਿੱਦਾਂ ਜਨਰੇਟ ਕਰਨਾ ਆ, ਇਹ ਵੀ ਤੁਹਾਡੇ ਇਨਵੈਸਟਮੈਂਟ ਡਿਸੀਜ਼ਨਸ ਨੂੰ ਇਫੈਕਟ ਕਰੇਗਾ। ਸੈਕਿੰਡ ਆ ਰੇਟ ਆਫ ਰਿਟਰਨ।
ਤੁਸੀਂ ਜੋ ਇਨਵੈਸਟ ਕਰ ਰਹੇ ਹੋ ਉਹਦੇ ਤੇ ਤੁਹਾਨੂੰ ਕਿੰਨਾ ਰਿਟਰਨ ਮਿਲਣ ਵਾਲੀ ਆ, ਤੁਹਾਨੂੰ ਪ੍ਰੋਫਿਟ ਕਿੰਨਾ ਆਉਣ ਵਾਲਾ, ਇਹ ਵੀ ਤੁਹਾਡੀ ਕੈਪੀਟਲ ਬਜਟਿੰਗ ਡਿਸੀਜਨਸ ਨੂੰ ਇਫੈਕਟ ਕਰਦਾ ਆ। ਜਿੱਥੇ ਬਹੁਤ ਜ਼ਿਆਦਾ ਪ੍ਰੋਜੈਕਟਸ ਨੇ ਅਵੇਲੇਬਲ ਔਰ ਤੁਹਾਡੇ ਕੋਲ ਲਿਮਿਟਿਡ ਫੰਡਸ ਨੇ, ਤੁਸੀਂ ਸਾਰੇ ਪ੍ਰੋਜੈਕਟਸ 'ਚ ਪੈਸਾ ਨਹੀਂ ਲਗਾ ਸਕਦੇ, ਤੁਸੀਂ ਕੋਈ ਇੱਕ ਪ੍ਰੋਜੈਕਟ 'ਚ ਹੀ ਇਨਵੈਸਟ ਕਰ ਸਕਦੇ ਹੋ। ਸੋ ਤੁਸੀਂ ਫਿਰ ਉੱਥੇ ਇਹ ਦੇਖੋਗੇ ਕਿ ਕਿਹੜਾ ਪ੍ਰੋਜੈਕਟ ਤੁਹਾਨੂੰ ਹਾਈਐਸਟ ਰਿਟਰਨ ਦੇ ਰਿਹਾ, ਤੁਸੀਂ ਉਹਨੂੰ ਪ੍ਰੈਫਰ ਕਰੋਗੇ। ਐਂਡ ਜੇ ਰੇਟ ਆਫ ਰਿਟਰਨ ਸਿਗਨੀਫਿਕੈਂਟ ਆ ਕਿ ਅਸੀਂ ਇਹੀ ਰੇਟ ਆਫ ਰਿਟਰਨ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਆ ਔਰ ਅਸੀਂ ਅਚੀਵ ਕਰਨਾ ਆ, ਤਾਂ ਇਹ ਤੁਹਾਡੇ ਫਰਮ ਦੀ ਵੈਲਥ ਨੂੰ ਵੀ ਡਿਸਾਈਡ ਕਰਦਾ ਆ। ਥਰਡ ਆ ਇਨਵੈਸਟਮੈਂਟ ਕ੍ਰਾਈਟੇਰੀਆ। ਕੈਸ਼ ਫਲੋ ਔਰ ਰੇਟ ਆਫ ਰਿਟਰਨ ਤੋਂ ਇਲਾਵਾ ਹੋਰ ਕ੍ਰਾਈਟੇਰੀਆਸ ਵੀ ਨੇ ਜਿਹੜੇ ਕਿ ਕੰਸੀਡਰ ਕੀਤੇ ਜਾਂਦੇ ਇਨਵੈਸਟਮੈਂਟ ਡਿਸੀਜ਼ਨ ਲੈਣ ਦੇ ਟਾਈਮ 'ਤੇ, ਜਿਸ ਤਰ੍ਹਾਂ ਕਿ ਮਾਰਕੀਟ ਦੀ ਨੀਅਰਨੈਸ, ਰॉ ਮਟੀਰੀਅਲ ਦੀ ਅਵੇਲੇਬਿਲਿਟੀ, ਚੀਪ ਲੇਬਰ ਦੀ ਅਵੇਲੇਬਿਲਿਟੀ। ਸੋ ਇਹ ਸਾਰੇ ਫੈਕਟਰਸ ਨੇ ਜਿਹੜੇ ਕਿ ਤੁਹਾਡੇ ਕੈਪੀਟਲ ਬਜਟਿੰਗ ਡਿਸੀਜ਼ਨਸ ਨੂੰ ਇਫੈਕਟ ਕਰਦੇ ਆ। ਸੋ ਅੱਜ ਅਸੀਂ ਇਨਵੈਸਟਮੈਂਟ ਡਿਸੀਜ਼ਨ ਕੀਤਾ ਹੈ, ਕੱਲ੍ਹ ਅਸੀਂ ਫਾਈਨੈਂਸਿੰਗ ਡਿਸੀਜ਼ਨ ਐਂਡ ਡਿਵੀਡੈਂਡ ਡਿਸੀਜ਼ਨ ਕਰਾਂਗੇ। ਥੈਂਕ ਯੂ।